ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਰਾਣਾ ਭਬੋਰ ਦਾ ਦੂਸਰਾ ਹਿੱਸਾ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਰਾਤ ਪਈ। ਰਾਣਾ ਜੀ ਅਜੇ ਦਿਨੇ ਬਹੁਤ ਕੰਮ ਕਰਕੇ ਥੱਕੇ ਹੋਏ ਸਵੀ ਸਾਂਝੀ ਸੋ ਗਏ। ਰਾਤ ਦੇ 2 ਪਹਿਰ ਲੰਘ ਜਾਣ ਮਗਰੋਂ ਜਦੋਂ ਘੜਿਆਲੀ ਦੀ ਟੰਕਾਰ ਰਾਜੇ ਦੇ ਟੀਚੇ ਦੀ ਵੱਜੀ ਤਾਂ ਰਾਜਾ ਉੱਠਿਆ। ਰਾਣੀ ਸੁੱਤੀ ਵੇਖ ਟੁਰ ਗਿਆ। ਰਾਣੀ ਜਾਗਦੀ ਸੀ। ਮਗਰੇ ਉੱਠੀ ਤੇ ਮਗਰੇ ਗਈ। ਰਾਣਾ ਜੀ ਉਸੇ ਤਰ੍ਹਾਂ ਅਲਮਾਰੀ ਖੋਲ, ਮੋਮਬੱਤੀ ਜਗਾ, ਅੰਦਰੋਂ ਬੂਹੇ ਮਾਰ ਹੇਠਾਂ ਉਤਰ ਗਏ। ਅੱਗੇ ਜਾ ਕੇ ਕੀ ਦੇਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ। ਇੱਕ ਵਾਰੀ ਤਾਂ ਹੈਰਾਨੀ ਤੇ ਅਚਰਜਤਾ ਛਾ ਗਈ, ਇੰਨੀ ਕਿ ਇੱਕ ਛਿਣ ਲਈ ਮੱਥਾ ਟੇਕਣਾ ਵੀ ਭੁੱਲ ਗਏ। ਫਿਰ ਖਿਆਲ ਨੇ ਮੋੜਾ ਖਾਦਾ ਕਿ ਮੱਤੇ ਮੈਂ ਹੀ ਕੱਲ ਅਸਵਾਰਾ ਕਰਨਾ ਭੁੱਲ ਗਿਆ ਹਾਂ। ਇਹ ਖਿਆਲ ਆਉਂਦੇ ਹੀ ਅਫਸੋਸ ਹੋਇਆ ਤੇ ਨਿਮਰੀ ਪੂਤ ਹੋ ਕੇ ਗੋਡੇ ਟੇਕੇ। ਫਿਰ ਮੱਥਾ ਟੇਕ ਕੇ ਰੋ ਪਿਆ। ਹਾਏ ਰਾਜਮਦ, ਇਸ ਦਰਬਾਰ ਥੀ ਮੈਥੋਂ ਬੇਪਰਵਾਹੀਆਂ ਹੁੰਦੀਆਂ ਹਨ। ਕਿਉਂ ਮੈਂ ਇੱਕ ਪਿਆਰ ਵਾਲੇ ਆਦਮੀ ਦੀ ਤਰ੍ਹਾਂ, ਇੱਕ ਦਾਸਾ ਭਾਵ ਵਾਲੇ ਗੁਲਾਮ ਦੀ ਤਰ੍ਹਾਂ ਇੱਥੇ ਖਬਰਦਾਰ ਤੇ ਸਾਵਧਾਨ ਨਹੀਂ ਰਹਿੰਦਾ। ਇਸ ਤਰ੍ਹਾਂ ਦੇ ਹਾਵੇ ਕਰ ਰਾਜੇ ਦਾ ਖਿਆਲ ਫਿਰ ਪਰਤਿਆ। ਅੱਛਾ, ਜੋ ਹੋ ਗਈ ਸੋ ਵਾਹ ਵਾਹ, ਮੈਨੂੰ ਗੁਰੂ ਅੰਤਰਜਾਮੀ ਬਖਸ਼ੇ। ਫਿਰ ਪਾਣੀ ਲਿਆ, 5 ਇਸ਼ਨਾਨਾ ਕੀਤਾ ਤੇ ਇੱਕ ਨੁਕਰੇ ਬੈਠ ਗਿਆ। ਕਿੰਨਾ ਚਿਰ ਚੁੱਪ ਬੈਠਾ ਰਿਹਾ, ਮਾਨੋ ਧਿਆਨ ਕਿਤੇ ਜੋੜ ਕੇ ਬੈਠਾ ਹੈ। ਪਰ ਫਿਰ ਘਬਰਾ ਪਿਆ ਤੇ ਮਨ ਕਿਤੇ ਜੁੜਨ ਦੀ ਥਾਂ ਐਸੇ ਵਹਿਮ ਵਿੱਚ ਗਿਆ ਕਿ ਨਹੀਂ, ਮੈਂ ਤਾਂ ਮਹਾਰਾਜ ਦਾ ਸਵਾਰਾ ਕਰਕੇ ਗਿਆ ਸਾਂ। ਹੁਣ ਇੱਕ ਵਹਿਸ਼ਤ ਛਾਈ ਕਿ ਮੇਰਾ ਭੇਦ ਕਿਸ ਤਰ੍ਹਾਂ ਖੁੱਲ੍ਹ ਗਿਆ। ਉਸਦਾ ਦਿਲ ਅੰਦਰ ਇੱਕ ਖੌਲਰ ਪਿਆ। ਉੱਠ ਖੜਾ ਹੋਇਆ। ਕਮਰੇ ਵਿੱਚ ਇੱਧਰ ਉੱਧਰ ਲੱਗਾ ਫਿਰਦਿਆਂ ਨਜ਼ਰ ਹੇਠਾਂ ਗਲੀਚੇ ਤੇ ਪਈ। ਕੁਛ ਚਮਕਦਾ ਸੀ। ਨਿਊ ਕੇ ਤੱਕਿਆ ਤਾਂ ਕੋਈ ਤਾਰ ਤਿੱਲੇ ਦੀ ਦਿਸੀ। ਹੁਣ ਤਲਾਸ਼ ਢੂੰਡ ਦਾ ਸ਼ੌਕ ਹੋਰ ਵਧਿਆ। ਨੀਝ ਲਾ ਕੇ ਲੱਗਾ ਵੇਖਣ ਤਾਂ ਇੱਕ ਨਿੱਕਾ ਮੋਤੀ ਦਿਸਿਆ। ਇਹ ਚਾਹ ਕੇ ਤੱਕਿਆ, ਭਗਵਾਨ, ਹੇ ਭਗਵਾਨ। ਫਿਰ ਹੋਰ ਤੱਕਿਆ ਤਾਂ ਇੱਕ ਨਿੱਕੀ ਜਿਹੀ ਲੜੀ ਨਿੱਕੇ ਮੋਤੀਆਂ ਦੀ ਟੁੱਟੀ ਹੋਈ ਮਿਲੀ। ਹਾਂ ਪ੍ਰਿਆਵਰ ਜੀ, ਤੁਸਾਂ ਆਖਰ ਮੇਰਾ ਭੇਦ ਭੰਨ ਲਿਆ, ਪਰ ਭੰਨ ਲਿਆ। ਹੇ ਦਾਤਾ, ਮੇਰੀ ਇਹ ਚਾਹ ਕਿ ਪਿਆਰ ਮੇਰੇ ਨੂੰ ਵਾਹ ਨਾ ਲੱਗੇ ਪੂਰੀ ਨਾ ਹੋਈ। ਆਦਮੀ ਜੇ ਬੋਲੇ ਨਾ ਤਾਂ ਇੱਕ ਬੰਦ ਸ਼ੀਸ਼ੀ ਹੈ ਜਿਸ ਦੇ ਵਿੱਚ ਪਈ ਸ਼ੈ ਦਾ ਕੋਈ ਥਾਉ ਨਹੀਂ। ਆਪੇ ਬੋਲੇ ਖੁੱਲੇ ਤਾਂ ਅੰਦਰ ਦਾ ਪਤਾ ਦੇਵੇ। ਮੈਂ ਬਥੇਰੀ ਚੁੱਪ ਰੱਖੀ, ਬਥੇਰਾ ਢੱਕਣ ਦੱਬੀ ਰੱਖਿਆ, ਪਰ ਚੰਚਲ ਪ੍ਰਿਆਵਰ, ਤੂੰ ਮੇਰੇ ਅੰਦਰਲੇ ਭੇਦ ਨੂੰ ਹਵਾ ਲਾ ਹੀ ਲਈ। ਚੰਗਾ ਹੈ, ਕੋਈ ਹੋਰ ਨਾ ਹੋਵੇ। ਹੋਰ ਕੌਣ ਹੋ ਸਕਦਾ ਹੈ? ਇਹ ਤਿੱਲੇ ਦੀਆਂ ਤਾਰਾਂ ਉਸਦੇ ਦੁਪੱਟੇ ਦੀਆਂ ਹਨ। ਇਹ ਮੋਤੀ ਦੁਪੱਟੇ ਦੇ ਸਿਰ ਦੇ ਪੱਲੂ ਉੱਤੇ ਮੈਂ ਹੀ ਕਹਿ ਕੇ ਲਵਾਏ ਸੀ। ਮੈਂ ਹੀ ਲਾਹੌਰ ਤੋਂ ਮੰਗਾਏ ਸੀ। ਹਾਂ ਪਿਆਰੀ, ਹਰ ਚੋਰ ਪ੍ਰਿਆਵਰ, ਚੋਰ ਦਾ ਚੇਤਾ ਚੰਗਾ ਨਹੀਂ ਰਹਿੰਦਾ। ਉਸਨੂੰ ਆਪਣੀ ਸਲਾਮਤੀ ਪਿੱਛੇ ਕਾਹਲੀ ਹੁੰਦੀ ਹੈ ਕਿ ਕਿਵੇਂ ਇਸ ਹਾਲਤ ਤੋਂ ਛੇਤੀ ਉਸ ਹਾਲਤ ਵਿੱਚ ਆਪਣਾ, ਜਿਸ ਵਿੱਚ ਕਿ ਮੇਰੀ ਚੋਰੀ ਸਿਰੋਂ ਨਾ ਫੜੀ ਜਾਏ। ਇਹ ਕਾਹਲੀ ਉਸਦੇ ਚੇਤੇ ਨੂੰ ਮੈਲਿਆ ਕਰਦੀ ਹੈ। ਉਹ ਅਧੂਰੇ ਕੰਮ ਛੱਡ ਜਾਂਦਾ ਹੈ ਤੇ ਕਈ ਵਾਰ ਆਪਣੇ ਖੁਰੇ ਤੇ ਨਿਸ਼ਾਨ ਛੋੜ ਤੁਰਦਾ ਹੈ, ਜਿਸ ਤੋਂ ਸੂਹ ਕੀਤਿਆਂ ਚੋਰ ਫੜਿਆ ਜਾਂਦਾ ਹੈ। ਕਾਹਲੀ ਵਿੱਚ ਦੁਪੱਟੇ ਦੇ ਢੱਠੇ ਮੋਤੀਆਂ ਵੱਲੋਂ ਬੇਖਿਆਲ ਟੁਰ ਗਈ। ਕਾਹਲੀ ਵਿੱਚ ਪ੍ਰਿਆਵਰ ਅਸਵਾਰਾ ਕਰਨਾ ਭੁੱਲ ਗਈ। ਇਸ ਤਰ੍ਹਾਂ ਮਨੋਵਾਦ ਕਰਕੇ ਰਾਜਾ ਜੀ ਫਿਰ ਉੱਪਰ ਗਏ। ਜਾ ਕੇ ਛੇਤੀ ਨਾਲ ਇਸ਼ਨਾਨ ਕੀਤਾ ਤੇ ਕੱਪੜੇ ਪਾਏ। ਫਿਰ ਆ ਗਏ, ਪਾਠ ਕੀਤਾ, ਸਵਾਰਾ ਕਰਾਇਆ। ਫਿਰ ਮੱਥਾ ਟੇਕ ਕੇ ਬੜੀ ਪਿਆਰਾਂ ਵਾਲੀ ਅਰਦਾਸ ਕੀਤੀ। ਹੇ ਦਾਤਾ, ਮੇਰਾ ਪਿਆਰ ਨਿਭੇ। ਜੋ ਆਪੇ ਲਾਇਆ ਜੇ ਆਪੇ ਤੋੜ ਚੜਾਓ। ਇਹ ਹੀਰਾ ਕਣੀ ਮੇਰੇ ਦਿਲ ਦੀ ਤੈਥੋਂ
ਬਾਹਰ ਨਾ ਜਾਵੇ। ਅੱਜ ਮੇਰਾ ਭੇਤ ਖੁੱਲ੍ਹਾ ਹੈ। ਪ੍ਰਿਆਵਰ ਦੇ ਮੂੰਹ ਨੂੰ ਜੰਦਰਾ ਦੇ, ਉਸ ਤੋਂ ਅੱਗੇ ਭੇਤ ਨਾ ਟੁਰੇ। ਹਾਂ, ਮੈਨੂੰ ਜੇ ਮਿਹਰ ਹੋਵੇ ਤਾਂ ਦੀਦਾਰ ਬਖਸ਼, ਪਰ ਹਯਾ ਵਾਲੇ ਪਰਦੇ ਵਿੱਚ। ਮੇਰਾ ਪਿਆਰ ਇੱਕ ਨਾ ਦਿਸਣ ਵਾਲੀ ਪੀੜ ਹੋਵੇ, ਤੇਰਾ ਦੀਦਾਰ ਇੱਕ ਗੁਣਕਾਰ ਦਵਾ ਹੋਵੇ। ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪੇ ਟੁਰ ਜਾਣ ਦੀ ਕਾਮਨਾ ਪੂਰਨ ਹੋਵੇ। ਰਾਣੀ ਆਪਣੇ ਕਮਰੇ ਬੈਠੀ ਹੈ। ਨਿੱਕੀ ਨਿੱਕੀ ਹਵਾ ਆ ਰਹੀ ਹੈ। ਰਾਜਾ ਜੀ ਵਕਤ ਤੋਂ ਪਹਿਲਾਂ ਆ ਗਏ ਹਨ। ਰਾਣੀ ਸੁਖਮਨੀ ਦਾ ਪਾਠ ਕਰ ਰਹੀ ਹੈ। ਆਪ ਆ ਗਏ, ਬਹਿ ਗਏ ਤੇ ਪਾਠ ਸੁਣਦੇ ਰਹੇ। ਭੋਗ ਪੈ ਗਿਆ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਇਹ ਤੁਕ ਬਾਰ-ਬਾਰ ਕੰਨਾਂ ਵਿੱਚ ਗੂੰਜ ਰਹੀ ਹੈ ਤੇ ਇੱਕ ਸਵਾਦ ਦੇ ਰਹੀ ਹੈ। ਇਹ ਸਾਧੂ ਦੇ ਬਚਨ, ਇਹ ਪਿਆਰ ਦੇ ਵਾਕ ਅਮੋਲਕ ਲਾਲ ਤੇ ਰਤਨ ਹਨ। ਲਾਲ ਤੇ ਰਤਨ ਛਿਪਾ ਕੇ ਰੱਖੀਦੇ ਹਨ। ਪਿਆਰ ਕਿਕੂ ਛੱਜਾਂ ਨਾਲ ਛਟੀਦਾ ਹੈ। ਇਹ ਤਾਂ ਰਤਨ ਹੈ। ਇਉਂ ਸੋਚਦੇ ਆਪ ਨੇ ਮੋਤੀਆਂ ਦੀ ਟੁੱਟੀ ਸਰੀ ਤੇ ਵਿੱਚੋਂ ਨਿਕਲੇ ਮੋਤੀ ਤੇ ਇਕੱਠੀਆਂ ਕੀਤੀਆਂ ਤਿੱਲੇ ਦੀਆਂ ਤਾਰਾਂ ਰਾਣੀ ਦੇ ਅੱਗੇ ਕਰਕੇ ਕਿਹਾ, ਜਿਹੜੇ ਰਤਨਾਂ ਨੂੰ ਇਉਂ ਖਿਲਾਰ ਖਿਲਾਰ ਸੁੱਟਣ, ਉਹ ਕਿਕੂ ਪੜ ਜਾਂਦੇ ਹਨ। ਅਮਲੀਕ ਲਾਲ ਇਹ ਰਤਨ। ਰਾਣੀ ਦਾ ਰੰਗ ਪਲਟਿਆ, ਪਰ ਛੇਤੀ ਮੋੜਾ ਖਾ ਗਿਆ। ਹਾਏ, ਮੇਰਾ ਭੇਤ ਵੀ ਖੁੱਲ੍ਹ ਗਿਆ। ਰਾਣੇ ਦੀ ਚੋਰੀ ਰਾਣੀ ਨੇ ਲੱਭ ਕੇ ਖਿਆਲ ਕੀਤਾ ਸੀ ਕਿ ਮੈਂ ਮਲ ਮਾਰੀ ਹੈ, ਪਰ ਰਾਣੇ ਦੇ ਹੱਥ ਮੋਤੀ ਤਾਰਾਂ ਵੇਖ ਕੇ ਰਾਣੀ ਨੂੰ ਭਾਸ ਆਇਆ ਕਿ ਮੇਰੀ ਚੋਰੀ ਵੀ ਫੜੀ ਗਈ। ਦੋਵੇਂ ਇੱਕ ਦੂਜੇ ਦੇ ਸਾਹਮਣੇ ਮਾਨੋ ਇੱਕ ਦੂਜੇ ਦੇ ਚੋਰ ਬੈਠੇ ਹਨ, ਪਰ ਸ਼ਰਮ ਦੋਹਾਂ ਨੂੰ ਸ਼ਰਮਿੰਦਿਆ ਨਹੀਂ ਕਰ ਰਹੀ, ਕਿਉਂਕਿ ਚੋਰ ਕੋਈ ਵੀ ਨਹੀਂ। ਦੋਨੋਂ ਇੱਕ ਅਸੂਲ ਤੇ ਖੜੇ ਹਨ, ਇੱਕ ਦੂਜੇ ਦੇ ਸਾਹਮਣੇ ਬੈਠੇ ਹਨ। ਆਪੋ ਵਿੱਚ ਪਿਆਰ ਤੇ ਸਤਿਕਾਰ ਹੈ। ਇੱਕ ਅਚਰਜ ਭਾਵ ਦਿਲਾਂ ਵਿੱਚ ਫਿਰ ਰਹੇ ਹਨ। ਰਾਣੀ ਪਤੀ ਦਾ ਵਾਕ ਸੁਣ ਕੇ ਚੁੱਪ ਰਹੀ, ਪਰ ਫਿਰ ਬੋਲੀ, ਲਾਲ ਤੇ ਰਤਨ ਡੱਬਿਆਂ ਵਿੱਚ ਸਾਂਭੀਦੇ ਹਨ, ਪਰ ਕਦੇ ਪ੍ਰਗਟ ਕਰਨ ਲਈ। ਜੇ ਕਦੇ ਵੀ ਪ੍ਰਗਟ ਨਹੀਂ ਹੋਣੇ ਤਾਂ ਖਾਨ ਵਿੱਚ ਲੁਕੇ ਬੈਠੇ ਤੇ ਡੱਬਿਆਂ ਵਿੱਚ ਲੁਕਾਏ ਰੱਖੇ ਇੱਕੋ ਜਿਹੇ ਹਨ। ਜੋਹਰੀਆਂ ਦੀ ਸਾਂਭ ਤੇ ਖਰੀਦਾਰਾਂ ਦੀ ਖਰੀਦ ਫਿਰ ਕਿਸ ਲਈ? ਰਾਜਾ, ਪਰ ਚੋਰਾਂ ਤੋਂ ਤਾਂ ਡੱਬੇ ਜੰਦਰੇ ਹੀ ਬਚਾਉਂਦੇ ਹਨ ਨਾ। ਰਾਣੀ, ਪਰ ਕੁੰਜੀਆਂ ਦੇ ਲੱਛੇ ਵੀ ਤਾਂ ਸਾਧਾਂ ਦੇ ਹੱਥ ਹੀ ਆਉਂਦੇ ਹਨ। ਰਾਜਾ, ਕੁੰਜੀਆਂ ਦੀ ਸਾਂਭ ਤੇ ਲੁਕੋ ਰਤਨਾਂ ਤੋਂ ਵੀ ਵਧੇਰੇ ਕਰੀਦੀ ਹੈ। ਰਾਣੀ, ਕੁੰਜੀ ਬਰਦਾਰ ਆਪਣੇ ਮਾਲਕ ਤੋਂ ਬਿਨਾਂ ਹੋਰ ਕਿਸੇ ਨੂੰ ਕੁੰਜੀ ਦਾ ਭੇਦ ਨਹੀਂ ਦਿਆ ਕਰਦਾ। ਰਾਜਾ, ਧੰਨਵਾਦ ਹੈ, ਪਰ ਪ੍ਰਿਆਵਰ ਤੂੰ ਨਿਕਲ ਗਿਆ, ਆਵਾ ਪਿੱਲਾ ਪੈ ਜਾਂਦਾ ਹੈ। ਰਾਣੀ, ਚੰਗੀਆਂ ਚੀਜ਼ਾਂ ਚਾਨਣੇ ਵਿੱਚ ਵਸਦੀਆਂ ਹਨ। ਸੂਰਜ ਤੇ ਚੰਨ ਨੂੰ ਬੁਰਕੇ ਤੇ ਘੁੰਡ ਦੀ ਕਦੇ ਲੋੜ ਨਹੀਂ ਪਈ। ਰਾਜਾ, ਬੀਜ ਜੇ ਲੁਕਣ ਨਾ ਤਾਂ ਫੁੱਟਦੇ ਨਹੀਂ, ਵੱਧਦੇ ਨਹੀਂ, ਮੌਲਦੇ ਨਹੀਂ, ਬਿਰਛ ਨਹੀਂ ਬਣਦੇ। ਜੜ੍ਹਾਂ ਜੇ ਪਰਦਿਆਂ ਵਿੱਚ ਨਾ ਰਹਿਣ ਤਾਂ ਬਿਰਛ ਬੂਟੇ ਮੁਰਝਾ ਜਾਂਦੇ ਹਨ। ਰਾਣੀ, ਪਰ ਪੱਕ ਗਏ ਫਲ ਤਾਂ ਹਨੇਰੇ ਨਹੀਂ ਬਹਿੰਦੇ। ਰਾਜਾ, ਪਰ ਉੱਗਣ ਵਾਲਾ ਅੰਗੂਰ ਤਾਂ ਪੱਕੇ ਫਲ ਦੇ ਅੰਦਰ ਵੀ ਪਰਦੇਦਾਰ ਪਰਦੇ ਛਿਪ ਕੇ ਬਹਿੰਦਾ ਹੈ। ਰਾਣੀ, ਕਦੇ ਚਾਨਣੇ ਨੂੰ ਲੁਕਣ ਦੀ ਲੋੜ ਪੈਂਦੀ ਹੈ। ਰਾਜਾ, ਚਾਨਣਾ ਆਪਣੇ ਤਿਰਖੇਪਨ ਵਿੱਚ ਲੁਕਦਾ ਹੈ। ਸੂਰਜ ਪਰਦਾ ਨਹੀਂ ਕਰਦਾ, ਪਰ ਕੌਣ ਹੈ ਜੋ ਉਸ ਪਰ ਅੱਖ ਧਰ ਸਕੇ। ਰਾਣੀ, ਸੱਚ ਤੇ ਚੰਗਿਆਈ ਨੂੰ ਕਿਉਂ ਲੁਕਾ। ਰਾਜਾ, ਪਿਆਰ ਦੀ ਕਣੀ ਛਿਪੀ ਮਗਦੀ ਹੈ। ਪ੍ਰਗਟ ਰਵੇ ਤਾਂ ਹਵਾ ਦੇ ਬੁੱਲੇ ਨਹੀਂ ਚੱਲਦੀ। ਰਾਣੀ, ਕਦੇ ਅੱਗ ਰੂੰ ਦੇ ਡੱਬਿਆਂ ਵਿੱਚ ਛਪੀ ਹੈ ਕਿ ਕਦੇ ਪ੍ਰੇਮ ਸੀਨਿਆਂ ਵਿੱਚ ਲੁਕਿਆ ਹੈ। ਰਾਜਾ, ਪਰ ਕੋਈ ਛੱਜਾਂ ਵਿੱਚ ਪਾ ਕੇ ਵੇਚਦਾ ਫਿਰਦਾ ਵੀ। ਰਾਣੀ, ਇਹ ਤਾਂ ਠੀਕ ਹੈ, ਪਰ ਪਰਵਾਨੇ ਦੀਵੇ ਤੇ ਆਏ, ਕਿਹੜਾ ਕੁੰਡ ਬਣਾਵੇ ਕੇ ਤੇ ਕਿਸ ਬੁੱਕਲ ਵਿੱਚ ਲੁਕ ਕੇ। ਰਾਜਾ,
ਪਰ ਕਦੇ ਪਰਵਾਨੇ ਆਉਂਦੇ, ਸਦਕੇ ਆਉਂਦੇ, ਤੜਫਦੇ ਮਰਦੇ ਆਵਾਜ਼ ਵੀ ਕੱਢਦੇ ਹਨ। ਪਿਆਰ ਤੇ ਪਰਦਾ, ਪਿਆਰ ਤੇ ਚੁੱਪ। ਰਾਣੀ, ਪਿਆਰ ਗੂੰਗਾ ਹੈ? ਰਾਜਾ, ਨਾ, ਹਿਆਦਾਰ ਹੈ, ਸ਼ਰਮ ਵਾਲਾ ਹੈ। ਰਾਣੀ, ਬੋਲੇ ਤਾਂ ਮਾਰੀਏ, ਦਿਸੀਵੀਏ ਤਾਂ ਪੀੜੀਏ। ਰਾਜਾ, ਨਾ ਬੋਲਣ ਤੇ ਦਿਸਣ ਤੋਂ ਬੇਲੋੜ ਹੈ। ਰਾਣੀ, ਆਵੇ ਦੀ ਅੱਗ ਵਿੱਚੋਂ ਵਿੱਚ ਧੋਖੇ। ਰਾਜਾ, ਨਾ ਜਿਉਂਦੇ ਸਰੀਰ ਦੀ ਨਿੱਘ, ਨਾ ਲਾਟ, ਨਾ ਚੰਗਿਆੜ, ਨਾ ਧੂੰ, ਨਾ ਲੰਬ, ਫਿਰ ਬਲੇ, ਫਿਰ ਮੱਗੇ, ਫਿਰ ਨਿੱਘਿਆ ਰੱਖੇ, ਜਾਨ ਦੀ ਸਲਾਮਤੀ ਦੀ ਜ਼ਾਮਨ ਹੋਵੇ। ਕਦੇ ਆਪਣੇ ਸਰੀਰ ਦੀ ਅੱਗ ਬਲਦੀ ਤੱਕੀ ਨੇ, ਪਰ ਹੈ ਤੇ ਬਲਦੀ ਹੈ ਤੇ ਜਾਨ ਦੀ ਰਖਵਾਲੀ ਹੈ। ਰਾਣੀ, ਜਦੋਂ ਲਹੂ ਲੱਗੀ ਹੋਵੇ ਧੁਰੋਂ, ਭਲਾ ਫਿਰ ਅੰਦਰ ਹੋਰ ਬਾਹਰ ਹੋਰ ਕਿਹਕੂ ਨਿਭੇ। ਰਾਜਾ, ਅੰਦਰਲੀ ਲਹੂ ਅੰਦਰ ਰਹੇ, ਬਾਹਰ ਦੀ ਸੋ ਬਾਹਰ। ਅੰਦਰਲੀ ਲਹੂ ਬਾਹਰ ਦੇ ਪਰਦੇ ਨਾ ਪਾੜੇ, ਬਾਹਰ ਦੀ ਸੋ ਬਾਹਰ ਨਾ ਸਵਾਰੇ। ਲੋਕਾਂ ਨਾਲ ਮੇਲ ਮੁਲਾਕਾਤ ਬਾਗ ਬਗੀਚੇ ਬਾਜ਼ਾਰਾਂ ਵਿੱਚ ਪਈ ਹੋਵੇ, ਪਿਆਰੇ ਦਾ ਮੇਲ ਮਹਿਲਾਂ ਦੇ ਅੰਦਰ। ਰਾਣੀ, ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ ਗੁਰਵਾਕ ਹੈ। ਰਾਜਾ, ਗੋਂਦ ਨਾਲ ਮੱਥੇ ਉੱਤੇ ਬਿੰਦੀ ਬਣਾ ਕੇ ਤਾਂ ਨਹੀਂ ਲਾ ਲਿਆ। ਗੁੱਜਾ ਲਾਲ ਲੱਦਾ ਉਹ ਮੁੱਠ ਵਿੱਚ ਸੰਭਾਲ ਸਾਂਭ ਕੇ ਰੱਖਿਆ, ਪਰ ਉਸਦੇ ਪਾਸ ਹੋਣ ਦੀ ਤਾਸੀਰ ਇਹ ਸੀ ਕਿ ਮੱਥੇ ਤੇ ਹੋਣ ਦੇ ਚਿੰਨ੍ਹ ਲੈ ਆਈ ਤਾਂ ਪ੍ਰਗਟ ਹੋ ਗਿਆ। ਹਾਂ, ਅਨਕ ਯਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੈ ਛੁਪਾਇਆ। ਨਹੀਂ ਛਪਾਇਆ ਛਿਪਦਾ ਤਾਂ ਇਹ ਉਸਦਾ ਆਪਣਾ ਧਰਮ ਹੈ, ਉਸਦਾ ਕੋਈ ਖਾਸਾ ਤੇ ਖਾਸੀਅਤ ਹੈ। ਪਰ ਜਿਸ ਨੂੰ ਲੱਦਾ ਹੈ ਉਸਦਾ ਕੀ ਧਰਮ ਹੈ? ਅਨਕ ਯਤਨ ਕਰ ਹਿਰਦੇ ਰੱਖਣਾ ਤੇ ਛਿਪਾਣਾ। ਰਾਣੀ, ਹਨ ਗੁਰਵਾਕ, ਪਰ ਸੂਰਜ ਕਿਸ ਤੋਂ ਲੁਕੇ, ਰੱਬ ਕਿਸ ਤੋਂ ਛੁਪੇ, ਪ੍ਰੇਮ ਕਿਸ ਤੋਂ ਘੁੰਡ ਵਿੱਚ ਪਵੇ। ਰਾਜਾ, ਕਾਏ ਰੇ ਬਕਬਾਦ ਦਿਲਾਇਓ, ਜਿਨ ਹਰ ਪਾਇਓ ਤਿਨੈ ਛਪਾਇਆ। ਰਾਣੀ, ਫਿਰ ਸਾਡਾ ਕੀ ਹਾਲ? ਦਰਸ਼ਨ ਹੋਏ, ਮਿੱਠੇ ਲੱਗੇ, ਰੱਬੀ ਚਰਨਾਹਟ ਛਿੜੀ, ਮਾਪੇ ਵਿਆਹ ਸੋਚਣ ਲੱਗੇ, ਸਾਥੋਂ ਚਰਨਾਹਟ ਨਾ ਛੁਪੀ। ਕੁਲ ਲਾਜ ਲੋਕ ਲਾਜ ਛੱਡ ਮਾਂ ਨੂੰ ਕਹਿ ਦਿੱਤਾ, ਗੁਰੂ ਮਿੱਠੇ ਲੱਗਦੇ ਹਨ, ਗੁਰੂ ਨਿੰਦਕ ਦਾ ਘਰ ਨਾ ਦੇਈ। ਜੇ ਮੈਂ ਗੁਰੂ ਪ੍ਰੀਤ ਛਿਪਾਉਂਦੀ, ਮੈਂ ਕਿਸੇ ਬੇਮੁਖ ਦੇ ਘਰ ਆਉਂਦੀ। ਮੈਨੂੰ ਘਬਰਾ ਪੈਂਦਾ, ਅਸੂਲ ਜੇ ਛਿਪਾ ਹੈ ਤਾਂ ਮੈਂ ਅਪਰਾਧਨ ਹਾਂ। ਰਾਜਾ, ਅਸੂਲ ਨਾ ਛਿਪਾ ਹੈ ਨਾ ਪ੍ਰਗਟ ਕਰਨਾ, ਅਸਲ ਹੈ ਪ੍ਰੇਮ ਤੇ ਇਸ ਦੀ ਲਗਨ। ਇਸ ਦਾ ਆਪਣਾ ਸਵਾਦ ਹੈ, ਉਸ ਨੂੰ ਮਾਣਨਾ ਤੇ ਉਸ ਤੋਂ ਅੱਗੋਂ ਹੋਰ ਨਾ ਲੱਭਣਾ। ਜੋ ਪ੍ਰਗਟ ਕਰਦੇ ਹਨ ਉਹ ਪ੍ਰਗਟ ਹੋਣ ਦੀ ਕਦਰ ਦੇ ਭਿਖਾਰੀ ਤੇ ਲੋਕਾਂ ਦੀ ਮਹਿਮਾ ਦੇ ਰਸੀਏ ਹਨ। ਜੋ ਲੁਕਾਉਂਦੇ ਹਨ ਉਹ ਇਸ ਲਈ ਕਿ ਸਾਡਾ ਇਹ ਲੁਕੋ ਪ੍ਰਗਟ ਹੋਵੇ ਤਾਂ ਕਦਰ ਵਧੇਰੇ ਪਵੇ। ਸੋ ਦੋਵੇਂ ਗੱਲਾਂ ਹਨ ਇੱਕੋ ਜਿਹੀਆਂ। ਪਿਆਰ ਹੋਵੇ, ਇਸ ਦੀ ਕਦਰ ਹੋਵੇ, ਇਸ ਦੀ ਕੀਮਤ ਦਾ ਪਤਾ ਹੋਵੇ, ਇਸ ਨੂੰ ਛਿਪਾ ਕੇ ਰੱਖੇ, ਸੁਖੀ ਰਹੇਗਾ। ਇਹ ਮੱਲੋ ਮੱਲੀ ਅਚਾਏ ਪ੍ਰਗਟ ਹੋਵੇ, ਬੇਬਸੀ ਹੈ। ਜਿਨ੍ਹਾਂ ਤੇ ਲੋਕਾਂ ਦੀ ਵਾਹ ਅਸਰ ਨਹੀਂ ਕਰਦੀ, ਨੱਚ ਕੇ ਪਿਆਰ ਕਰਨ। ਜਿਨ੍ਹਾਂ ਨੂੰ ਨਿੰਦਾ ਘੇਰ ਨਹੀਂ ਪਾਉਂਦੀ, ਜਿਵੇਂ ਚਾਹੁਣ ਕਰਨ। ਪਰ ਮੇਰੇ ਵਰਗੇ ਦਾ ਅਸੂਲ ਛਿਪਾ ਹੈ। ਮੈਨੂੰ ਆਪਣੇ ਲਈ ਇਹੋ ਭਾਸਦਾ ਹੈ ਕਿ ਮੇਰਾ ਪਰਦਾ ਨਾ ਫਟੇ, ਮੇਰੀ ਚਿੜੰਗ ਮੇਰੇ ਅੰਦਰ ਰਹੇ, ਮੇਰੀ ਪੁਕਾਰ ਮੇਰੇ ਪ੍ਰੀਤਮ ਤੱਕ ਮੇਰੀ ਜ਼ਬਾਨੋਂ ਨਾ ਅਪੜੇ। ਇਹ ਮੇਰਾ ਅਸੂਲ ਹੈ, ਮੇਰੀ ਭਲਾਈ ਇਸੇ ਵਿੱਚ ਹੈ। ਰਾਣੀ, ਸੰਸਾਰਕ ਕੇ ਪਰਮਾਰਥਕ। ਰਾਜਾ, ਮਨ ਦੇ ਸੁੱਖ ਦੀ, ਕੇਵਲ ਅੰਦਰਲੇ ਸੁੱਖ ਦੀ। ਮੈਂ ਇਸ ਕਰਕੇ ਲੁਕੋ ਨਹੀਂ ਕਰਦਾ ਕਿ ਪਹਾੜੀ ਰਾਜੇ ਪ੍ਰੀਤਮ ਜੀ ਦੇ ਦੁਸ਼ਮਣ ਹਨ ਤੇ ਉਹ ਮੇਰੇ ਰਿੰਝ ਹੋ ਜਾਣਗੇ, ਜਾਂ ਮੈਂ ਜੇ ਖੁੱਲ੍ਹਮ ਖੁੱਲ੍ਹਾ ਪ੍ਰੀਤਮ ਜੀ ਦਾ ਹੋ ਰਿਹਾ ਤਾਂ ਤੁਰਕ ਪਾਤਸ਼ਾਹ ਰਾਜ ਖੋਹ ਲਏਗਾ। ਇਹ ਖਿਆਲ ਮੈਨੂੰ ਨਹੀਂ ਪਾਉਂਦੇ। ਜੇ ਮੈਂ ਪ੍ਰਗਟ ਕਰਾਂ ਤਾਂ ਸਿੱਖ ਮੇਰੇ ਸਹਾਈ ਹੋ ਜਾਣਗੇ, ਇਹ ਲਾਭ ਹੈ। ਪਰ ਮੈਨੂੰ ਨਹੀਂ ਮਾਉਂਦਾ। ਮੇਰੇ ਪਿਆਰ ਦੀ ਕਣੀ ਨਿੱਕੀ ਹੈ, ਸ਼ੂਮ ਦੇ ਧਨ ਵਾਂਗੂ ਮੈਨੂੰ ਪਿਆਰੀ ਹੈ।
ਮਤਾ ਇਸ ਨੂੰ ਕੋਈ ਨਜ਼ਰ ਲੱਗੇ, ਮਤਾ ਮੈਥੋਂ ਇਹ ਖਿਸਕੇ, ਮਤਾ ਕੋਈ ਖੋਏ ਮੈਂ ਛਿਪਾਂਦਾ ਹਾਂ ਕਿ ਸਲਾਮਤ ਰਹੇ। ਬੁਲਬੁਲ ਪਿਆਰ ਦੇ ਭਾਵ ਨੂੰ ਗਾਉਂ ਗਾਉਂ ਤੇ ਜਗਤ ਮੋਹੰਦੀ ਹੈ, ਪਰ ਪਰਵਾਨਾ ਚੁੱਪਚਾਪ ਸ਼ਹੀਦ ਹੁੰਦਾ ਹੈ। ਚਕੋਰ ਪਿਆਰ ਨੂੰ ਕੋਹਕਦਾ ਤੇ ਪਹਿਲਾਂ ਪਾਉਂਦਾ ਹੈ, ਪਰ ਕਮਲ ਚੁੱਪ ਦਿਦਾਰੇ ਵਿੱਚ ਅੱਖ ਨਹੀਂ ਚਮਕਦਾ। ਪਪੀਹਾ ਪ੍ਰਿਓ ਪ੍ਰਿਓ ਦੀ ਪੁਕਾਰ ਨਾਲ ਬਨ ਨੂੰ ਰਾਗ ਘਰ ਬਣਾ ਦਿੰਦਾ ਹੈ, ਪਰ ਸੁਰਖਾਬ ਦਾ ਜੋੜਾ ਚੁੱਪਚਾਪ ਆਪੋ ਵਿੱਚ ਅਵਿਛੜ ਤੇ ਨਾ ਨਿਖੜਹਾਲ ਰਹਿੰਦੇ ਹਨ। ਇੱਕ ਨੂੰ ਤੀਰ ਲੱਗੇ ਤਾਂ ਦੂਆ ਨਾਲ ਹੀ ਪ੍ਰਾਣ ਅਰਪਦਾ ਹੈ। ਪ੍ਰੇਮ ਦੇ ਅਨੇਕ ਰੰਗ ਹਨ, ਬਨਾਵਟ ਨਹੀਂ ਤੇ ਪ੍ਰੇਮ ਹੈ। ਉਹ ਚਾਹੇ ਕਿਸੇ ਹਾਲ ਰਹੇ, ਮੇਰਾ ਅਸੂਲ ਤੇ ਮੈਨੂੰ ਸੋਝਣ ਵਾਲੀ ਗੱਲ ਛਿਪਾ ਹੈ। ਰਾਣੀ, ਮੈਥੋਂ ਇਸ ਸਿੱਖ ਵਿੱਚ ਕਿ ਤੁਸੀਂ ਕਿਵੇਂ ਦਾਤਾ ਜੀ ਦੇ ਪਿਆਰ ਵਿੱਚ ਆਓ ਭੁੱਲ ਹੋਈ, ਕਿ ਆਪ ਜੋ ਰੱਤੇ ਹੋਏ ਸਾਓ ਤੇ ਨਹੀਂ ਚਾਹੁੰਦੇ ਸਾਓ ਕਿ ਕੋਈ ਹੋਰ ਅੱਖ ਆਪ ਦੇ ਪਿਆਰ ਦੀ ਜਾਣੂ ਹੋਵੇ। ਮੈਂ ਦਖਲ ਦਿੱਤਾ ਤੇ ਨਾ ਜਾਣਨੇ ਵਾਲੀ ਗੱਲ ਨੂੰ ਜ਼ੋਰ ਦੇ ਕੇ ਚੋਰੀ ਟੁਰ ਕੇ ਜਾਣੇ। ਮੈਂ ਖਿਮਾ ਦੀ ਯਾਚਕ ਹਾਂ, ਪਰ ਮੇਰੀ ਕੋਈ ਯਾਚਨਾ, ਕੋਈ ਪਛਤਾਵਾ, ਕੋਈ ਮਾਫੀ ਦੀ ਮੰਗ ਹੁਣ ਉਹ ਹਾਲਤ ਪੈਦਾ ਨਹੀਂ ਕਰ ਸਕਦੀ ਕਿ ਜੋ ਪਹਿਲਾਂ ਸੀ। ਆਪ ਸੌ ਤੇ ਆਪ ਦੇ ਪਿਆਰੇ ਤੇ ਤੀਏ ਨੂੰ 100 ਤੱਕ ਨਹੀਂ ਸੀ। ਰਾਜਾ, ਫਿਕਰ ਨਾ ਕਰੋ, ਮੈਂ ਰਿੰਝ ਨਹੀਂ। ਮੈਨੂੰ ਨਿਸ਼ਚਾ ਹੈ ਕਿ ਇਸ ਤੋਂ ਅੱਗੇ ਭੇਤ ਨਹੀਂ ਜਾਏਗਾ, ਤੇ ਪਤਾ ਮਰਮੀ ਤੇ ਮਹਿਰਮ ਨੂੰ ਲੱਗਾ ਹੈ, ਕਿਸੇ ਨਾ ਅਹਿਲ ਨੂੰ ਪਤਾ ਨਹੀਂ ਲੱਗਾ। ਇਹ ਵੀ ਕੋਈ ਰੱਬੀ ਰਜ਼ਾ ਹੈ, ਕੀ ਪਤਾ ਹੈ ਕਿਸੇ ਸੁੱਖ ਦਾ ਹੀ ਇਹ ਆਗਮ ਹੋਵੇ। ਮੇਰੇ ਅੰਦਰ ਵੀ ਅਬੁਝ ਅੱਗ ਚਰਨ ਪਰਸਨ ਦੀ ਹੈ, ਤੇ ਉਸ ਨੂੰ ਵੀ ਦਿਲਾਂ ਦੇ ਮਹਿਰਮ ਨੇ ਪੂਰਨਾ ਹੈ। ਇਹ ਕੋਈ ਉਸ ਸੁਭਾਗ ਘੜੀ ਦਾ ਪਹਿਲਾ ਲਿਸ਼ਕਾਰਾ ਹੈ। ਮੈਂ ਵੀ ਤੜਫਣਹਾਰ ਹਾਂ ਦੀਦਾਰ ਦਾ, ਕੀ ਪਤਾ ਕਿ ਇਹ ਕੋਈ ਪੂਰਨਤਾ ਦਾ ਪਹਿਲਾ ਬੁਲਾ ਆਇਆ ਹੈ। ਆਹ ਮਾਲਕਾ, ਆਹ ਸਾਹਿਬਾ, ਇਹ ਕਹਿੰਦਿਆਂ ਰਾਜੇ ਨੇ ਬੁੱਲ ਕੋਟੇ, ਨੈਣ ਮੀਟੇ, ਚਿਹਰਾ ਤੇ ਸਰੀਰ ਕੰਬਿਆ, ਨੈਣਾ ਤੋਂ ਤਰਪ ਤਰਪ ਹੋਈ ਤੇ ਮਗਨਤਾ ਛਾ ਗਈ। ਰਾਣੀ ਇਤਨੀ ਤ੍ਰਿਖੀ ਪਰ ਘੁੱਟਵੀਂ ਖਿੱਚ ਤੋਂ ਅਣਜਾਣ ਸੀ, ਪਰ ਹੁਣ ਨੈਣ ਭਰ ਆਈ। ਅਜੀਤ ਸਿੰਘ, ਇਹ ਭਾਈ ਅਜੀਤ ਸਿੰਘ ਜੀ ਯੋਧੇ ਹਨ। ਸਾਹਿਬਜ਼ਾਦੇ ਅਜੀਤ ਸਿੰਘ ਜੀ ਇਹ ਨਹੀਂ। ਅਜੀਤ ਸਿੰਘ, ਇਹ ਬਨ ਬੜਾ ਸੁੰਦਰ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਨਾਲੇ ਵੜਦਿਆਂ ਸਾਰ ਐਵੇਂ ਲੱਗਾ ਹੈ ਜਿਵੇਂ ਪਰਦੇਸਾਂ ਤੋਂ ਮੁੜ ਆ ਕੇ ਆਪਣੇ ਘਰ ਵੜੀਦਾ ਹੈ। ਅਜੀਤ ਸਿੰਘ, ਬੜਾ ਰਮਣੀਕ ਤੇ ਪਿਆਰਾ ਲੱਗਾ ਹੈ। ਗੁਰੂ ਜੀ, ਕੀ ਇਹ ਬਸਾਲੀ ਦਾ ਇਲਾਕਾ ਹੈ? ਸੋਭਾ ਸਿੰਘ, ਪਾਤਸ਼ਾਹ ਉਂਗਲ ਕਰਕੇ, ਬਸ ਇਹ ਹੀ ਮੁੱਕੀ ਜੋ ਬਸਾਲੀ ਦੀ ਹੱਦ। ਗੁਰੂ ਜੀ, ਤਦੇ ਅੱਛਾ ਰਾਜ ਬਦਲ ਗਿਆ। ਪਹਾੜ ਦੇ ਰਾਜ ਵੀ ਕਿਆ ਛੋਟੇ ਛੋਟੇ ਹਨ। ਸੋਭਾ ਸਿੰਘ ਜੀ, ਇਹ ਭਬੋਰ ਦਾ ਇਲਾਕਾ ਹੈ। ਗੁਰੂ ਜੀ, ਭਬੋਰ। ਅਜੀਤ ਸਿੰਘ, ਸ਼ਿਕਾਰ ਵੀ ਚੰਗਾ ਮਿਲੇਗਾ। ਗੁਰੂ ਜੀ ਮੁਸਕਰਾ ਕੇ, ਬਹੁਤ ਚੰਗਾ। ਇਹਨੇ ਨੂੰ ਇੱਕ ਚਿੱਤ ਮਿਤਾਲੇ ਮਿਰਗਾਂ ਦੀ ਡਾਰ ਅੱਗੋਂ ਲੰਘ ਗਈ। ਅਜੀਤ ਸਿੰਘ, ਹੈ ਇੱਥੇ ਤਾਂ ਸ਼ਿਕਾਰ ਆਪੇ ਨਿਸ਼ਾਨੇ ਹੇਠਾਉਂਦਾ ਹੈ, ਅੱਗੋਂ ਭੱਜ ਭੱਜ ਕੇ ਪਿਆ ਮਿਲਦਾ ਹੈ। ਗੁਰੂ ਜੀ, ਕੁਝ ਪਿਆਰ ਦੀ ਵਾਸ਼ਨਾ ਦਾ ਦੇਸ਼ ਹੈ। ਸੋਭਾ ਸਿੰਘ, ਰਾਣਾ ਬੜਾ ਚੁੱਪਚਾਪ ਹੈ, ਘੱਟ ਬੋਲਦਾ ਹੈ, 2 ਪਹਿਰ ਆਪ ਬੈਠ ਕੇ ਰਿਆਸਤ ਦਾ ਕੰਮ ਕਰਦਾ ਹੈ। ਦੁੱਖ ਇੱਥੇ ਘੱਟ ਹੈ, ਪ੍ਰਜਾ ਸੁਖੀ ਹੈ। ਵਿਆਹ ਵੀ ਇੱਕੋ ਕੀਤਾ ਸੂ। ਰਾਣੀ ਨਾਲ ਪਿਆਰ ਵੀ ਹੈ। ਰਾਣੀ ਗੁਰੂ ਦੀ ਸ਼ਰਧਾਲੂ ਹੈ, ਨਾਹਨ ਦੇ ਰਾਜ ਘਰਾਣੇ ਦੀ ਧੀ ਹੈ, ਬਾਣੀ ਦੀ ਪ੍ਰੇਮਣ ਹੈ, ਦਾਨ ਵੀ ਕਰਦਾ ਹੈ। ਰਾਜਾ ਪ੍ਰੇਮੀ ਨਹੀਂ, ਨਾ ਦਾਨ ਦਾ ਸ਼ੌਕ ਹੈ, ਨਾ ਸ਼ਿਕਾਰ ਦਾ। ਉਨ ਕਦੇ ਕਦੇ ਆ ਜਾਂਦਾ ਹੈ ਸ਼ਿਕਾਰ ਨੂੰ। ਕੁਛ ਅਛੇੜ ਤੇ ਅਡੋਲ ਆਦਮੀ ਹੈ। ਗੁਰੂ ਜੀ, ਅਡੋਲ ਪਾਣੀ ਡੂੰਘੇ ਵਗਦੇ ਹਨ, ਡੂੰਘੇ ਪਾਣੀ ਅਡੋਲ ਵਗਦੇ ਹਨ। ਅਜੀਤ ਸਿੰਘ, ਮਹਾਰਾਜ ਅਸੀਂ ਦੂਰ ਨਿਕਲ ਆਏ ਹਾਂ, ਸੰਗ ਸਾਰਾ ਪਿੱਛੇ ਰਹਿ ਗਿਆ ਹੈ, ਹੁਣ ਮੁੜਨਾ ਚਾਹੀਏ। ਗੁਰੂ ਜੀ, ਸੋਚ ਤਾਂ ਪਿਛਾਹਾਂ ਦੀ ਆਉਂਦੀ ਹੈ, ਪਰ ਕਦਮ ਅੱਗੇ ਪੈਂਦੇ ਹਨ। ਅਜੀਤ ਸਿੰਘ, ਫਿਰ ਇੱਥੇ ਡੇਰਾ ਲਾ ਦਿਓ,
ਆਪ ਕਮਰਕੱਸਾ ਖੋਲੋ, ਵੇਖੋ ਕੈਸਾ ਸੋਹਣਾ ਪਾਣੀ ਆ ਗਿਆ ਹੈ। ਮੈਂ ਜਾ ਕੇ ਡੇਰੇ ਨੂੰ ਇੱਥੇ ਲੈ ਆਉਂਦਾ ਹਾਂ। ਗੁਰੂ ਜੀ, ਦਿਲ ਇੱਥੇ ਵੀ ਨਹੀਂ ਠਹਿਰਦਾ, ਅੱਗੇ ਹੀ ਅੱਗੇ ਜਾਂਦਾ ਹੈ। ਸੋਭਾ ਸਿੰਘ, ਚਲੇ ਚਲੋ ਫਿਰ ਮਹਾਰਾਜ, ਭੀਮ ਦੇ ਰਾਜ ਵਿੱਚ ਅਸੀਂ ਕਦੇ ਅਟਕੇ ਨਹੀਂ ਤੇ ਇਹ ਰਿਆਸਤ ਤਾਂ ਭਲਿਆਂ ਦੀ ਹੈ। ਗੁਰੂ ਜੀ, ਨਿਰੀ ਭਲਿਆਈ ਨਹੀਂ, ਇੱਥੇ ਕੁਝ ਹੋਰ ਵੀ ਹੈ, ਸੁਗੰਧੀ ਹੈ, ਪਿਆਰ ਹੈ। ਸੋਭਾ ਸਿੰਘ, ਰਾਣੀ ਗੁਰੂ ਘਰ ਦੀ ਸ਼ਰਧਾਲੂ ਹੈ। ਗੁਰੂ ਜੀ, ਹਾਂ, ਪਰ ਕੁਝ ਹੋਰ ਵੀ ਹੈ। ਇੰਨੇ ਨੂੰ ਇੱਕ ਹੋਰ ਸ਼ਿਕਾਰੀ ਜੱਥਾ ਸਾਹਮਣੇ ਪਾਸਿਓਂ ਆਉਂਦਾ ਦਿਸਿਆ। ਥੋੜ੍ਹੀ ਦੇਰ ਨੂੰ ਉਹ ਨੇੜੇ ਆ ਗਿਆ। ਜੱਥੇ ਦਾ ਮੋਹਰੀ ਘੋੜੇ ਤੋਂ ਉਤਰ ਕੇ ਅੱਗੇ ਆਇਆ ਤੇ ਮੱਥਾ ਟੇਕ ਕੇ ਬੋਲਿਆ, ਧੰਨ ਭਾਗ, ਆਪ ਦੇ ਚਰਨ ਇਸ ਰਿਆਸਤ ਵਿੱਚ ਪਏ। ਗੁਰੂ ਜੀ ਤੀਰ ਨਾਲ ਥਾਪੜਾ ਦਿੱਤਾ। ਆਪ ਦੀ ਰਿਆਸਤ ਵਿੱਚ ਆ ਕੇ ਜੀ ਬੜਾ ਰਾਜ਼ੀ ਹੋਇਆ ਹੈ। ਪ੍ਰਭਾਵ ਬੜਾ ਸੁੰਦਰ ਹੈ। ਆਪ ਅੱਛੇ ਹੋ। ਮੋਹਰੀ, ਆਪ ਦੀ ਮਿਹਰ ਹੈ। ਮੈਂ ਰਿਆਸਤ ਦਾ ਵਜ਼ੀਰ ਹਾਂ। ਸਾਡੇ ਮਹਾਰਾਓ ਬੜੇ ਬੀਬੇ ਹਨ। ਮੈਂ ਕੱਲ ਪੁੱਛਿਆ ਸੀ ਕਿ ਆਪ ਸ਼ਿਕਾਰ ਖੇਡਦੇ ਸਾਡੀ ਸਰਹੱਦ ਤੋੜੀ ਕਈ ਵੇਰ ਆਏ ਹੋ। ਜੇ ਅੱਗੇ ਆ ਜਾਓ ਤਾਂ ਅਸਾਂ ਕਿਵੇਂ ਕਰਨਾ ਹੈ? ਸ੍ਰੀ ਹਜ਼ੂਰ ਆਖਣ ਲੱਗੇ, ਸਭ ਧਰਤੀ ਰੱਬ ਤੇ ਗੁਰੂ ਜੀ ਦੀ ਹੈ। ਰਾਜੇ ਰਾਣੇ ਪ੍ਰਬੰਧਕ ਹਨ, ਮਾਲਕ ਨਹੀਂ। ਦੇਖੋ ਨਾ ਮਹਾਰਾਜ ਜੀ, ਸਾਡੇ ਮਹਾਰਾਓ ਬੜੇ ਗੰਭੀਰ ਹਨ, ਥੋੜ੍ਹਾ ਬੋਲਦੇ ਹਨ, ਇਸ਼ਾਰਾ ਦਿੰਦੇ ਹਨ। ਅਸੀਂ ਉਹਨਾਂ ਦੇ ਰੁਖ ਨੂੰ ਲੱਭਦੇ ਹਾਂ। ਸੋ ਉਹਨਾਂ ਦੇ ਉੱਪਰਲੇ ਵਾਕ ਤੋਂ ਦਾਸ ਨੇ ਸਾਰੀ ਰਿਆਸਤ ਵਿੱਚ ਨੰਬਰਦਾਰਾਂ ਨੂੰ ਹੁਕਮ ਦੇ ਕੇ ਘੱਲਿਆ ਹੈ ਕਿ ਆਪ ਜਦ ਆਓ ਸਤਕਾਰ ਕਰਨ ਔਰ ਜਿਸ ਸ਼ੈ ਦੀ ਲੋੜ ਹੋਵੇ, ਦੁੱਧ ਰਸਦ ਪਾਣੀ ਲੈ ਕੇ ਹਾਜ਼ਰ ਹੋਣ। ਜੋ ਆਪ ਮੰਗੋ ਪੈਦਾ ਕਰ ਦੇਣ। ਤੇ ਮੈਂ ਹੁਣ ਸ਼ਿਕਾਰ ਵਿੱਚ ਸਾਂ ਤਾਂ ਆਪ ਦੇ ਚਰਨ ਪਾਉਣ ਦੀ ਸੁਧ ਆਪਣੀ ਇਸ ਲਈ ਹਾਜ਼ਰ ਹੋਇਆ ਹਾਂ ਕਿ ਕੋਈ ਸੇਵਾ ਆਪ ਪੁੱਛਾਂ। ਗੁਰੂ ਜੀ, ਮੰਤਰੀ ਜੀ, ਸਾਨੂੰ ਤਾਂ ਇਉਂ ਭਾਸ ਰਿਹਾ ਹੈ ਕਿ ਆਨੰਦਪੁਰ ਆ ਗਏ ਹਾਂ। ਤੁਸੀਂ ਐਵੇਂ ਲੱਗੇ ਹੋ ਜਿਵੇਂ ਆਪਣੇ ਹੋ। ਸੋ ਅਸੀਂ ਇੱਥੇ ਐਉਂ ਹੀ ਵਿਚਰਾਂਗੇ। ਸਾਡਾ ਘਰ ਹੈ ਤੇ ਆਪਣੀ ਰਿਆਸਤ ਹੈ। ਤੁਸੀਂ ਸੁਖੀ ਰਹੋ। ਰਾਜ ਭਾਗ ਬਣੇ ਰਹਿਣ, ਰਾਜਾ ਸੁਖੀ ਰਹੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਹਿੱਸਾ ਆਪ ਜੀ ਨੂੰ ਅਗਲੇ ਭਾਗ ਵਿੱਚ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।